डिटेल्स पढ़नियाँ स्टार्ट करनियाँ कि फ्रेंच ਰੈਵੋਲੂਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਦੇ ਕਾਰਨ ਕੀ ਨੇ। ਜਿੱਦਾਂ ਅਸੀਂ ਸਭ ਤੋਂ ਪਹਿਲਾਂ ਬਣਾਵਾਂਗੇ ਉਸ ਦੇ ਰਾਜਨੀਤਿਕ ਕਾਰਨ, ਉਹ ਹੈ ਕਿ ਲੂਈ 14ਵਾਂ ਅਤੇ ਉਸ ਦੇ ਉੱਤਰਾਧਿਕਾਰੀ, ਜਿਨ੍ਹਾਂ 'ਚ ਲੂਈ 14ਵਾਂ, ਲੂਈ 15ਵਾਂ, ਲੂਈ 16ਵਾਂ, ਇਹ ਤਿੰਨ ਸ਼ਾਸਕ ਆਣਗੇ। ਲੂਈ 14ਵੇਂ ਦਾ ਜਿਹੜਾ ਰਾਜ ਸੀਗਾ ਉਹ 1643 ਤੋਂ ਲੈ ਕੇ 1661 ਈਸਵੀ ਤੱਕ ਰਿਹਾ। ਔਰ ਇਸ ਦੌਰਾਨ ਤੁਸੀਂ ਜੇ ਕਹਿ ਲਓ ਵੀ ਅਸੀਂ ਉਹਨੂੰ ਕਹੀਏ ਵੀ ਨਟ ਸ਼ੈਲ ਦੇ ਵਿੱਚ ਵੀ ਉਹਦਾ ਰਾਜ ਕਿੱਦਾਂ ਦਾ ਸੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਨਿਰੰਕੁਸ਼ ਤਾਨਾਸ਼ਾਹੀ ਰਾਜ ਜਿਹੜਾ ਸੀਗਾ ਉਸਨੇ ਐਸਟੈਬਲਿਸ਼ ਕੀਤਾ ਹੋਇਆ ਸੀਗਾ। ਉਸ ਦਾ ਤਾਨਾਸ਼ਾਹੀ ਰਾਜ ਸੀ ਤੇ ਜਿਹਦੇ ਨਾਲ ਕੀ ਸੀਗਾ ਕਿ ਸਾਰੀਆਂ ਤਾਕਤਾਂ ਉਹਦੇ ਹੱਥਾਂ ਦੇ ਵਿੱਚ ਸੀਗੀਆਂ। ਪਰ ਜਦੋਂ ਸਾਰੀਆਂ ਤਾਕਤਾਂ ਨੂੰ ਇੰਜੋਏ ਕਰਨ ਵਾਲਾ ਸ਼ਾਸਕ ਠੀਕ ਢੰਗ ਦੇ ਨਾਲ ਆਪਣੀਆਂ ਤਾਕਤਾਂ ਦਾ ਇਸਤੇਮਾਲ ਲੋਕ ਭਲਾਈ ਲਈ ਨਾ ਕਰ ਸਕੇ ਤਾਂ ਲੋਕਾਂ ਵਿੱਚ ਇੱਕ ਨਿਰਾਸ਼ਾ ਫੈਲ ਜਾਂਦੀ ਹੈ। ਤਾਂ ਲਗਭਗ ਉਸ ਤਰ੍ਹਾਂ ਦੀ ਨਿਰਾਸ਼ਾ ਫੈਲਣੀ ਸਟਾਰਟ ਹੋ ਗਈ। ਤੇ ਹਾਲਾਂਕਿ ਉਹਨੇ ਜਿਹੜਾ ਹੈਗਾ ਉਹਦੇ ਸ਼ਾਸਨ ਕਾਲ ਦੇ ਵਿੱਚ ਕੁਲੀਨਾਂ ਦਾ ਵਿਦਰੋਹ ਹੋਇਆ, ਉਸਨੂੰ ਉਹਨੇ ਪੂਰੀ ਤਰ੍ਹਾਂ ਦਬਾ ਦਿੱਤਾ, ਤਾਂ ਹੀ ਸਾਰੀਆਂ ਤਾਕਤਾਂ ਉਹਦੇ ਹੱਥ 'ਚ ਆਈਆਂ। ਤੇ ਉਹਨੇ ਫਰਾਂਸ ਨੂੰ ਇੰਟਰਨਲੀ ਜਿਹੜੇ ਲੋਕੀ ਨਿਰਾਸ਼ ਸੀਗੇ, ਲੇਕਿਨ ਲੋਕਾਂ ਦਾ ਗੁੱਸਾ ਇਸ ਕਰਕੇ ਵੀ ਨਹੀਂ ਫੁੱਟਿਆ ਕਿਉਂਕਿ ਉਸ ਵੇਲੇ ਜਿਹੜੇ ਫਰਾਂਸ ਨੇ ਦੁਨੀਆ ਦੇ ਦੂਜੇ ਮੁਲਕਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਜਿਹਦੇ ਨਾਲ ਫਰਾਂਸ ਦੀ ਰੈਪੂਟੇਸ਼ਨ ਬਹੁਤ ਵਧੀ। ਔਰ ਫਰਾਂਸ ਦੇ ਵਰਸਾਏ ਦੇ ਵਿੱਚ ਇੱਕ ਉਹਨੇ ਬਹੁਤ ਆਲੀਸ਼ਾਨ ਪੈਲੇਸ ਦਾ ਨਿਰਮਾਣ ਵੀ ਉਸਨੇ ਕਰਵਾਇਆ। ਔਰ ਜਦੋਂ ਬੰਦੇ ਕੋਲ ਇੰਨੀਆਂ ਪਾਵਰ ਆ ਜਾਂਦੀਆਂ ਤੇ ਉਹ ਬੰਦਾ, ਜਿਵੇਂ ਆਪਾਂ ਕਹਿ ਦਿੰਦੇ ਵੀ ਰੱਬ ਸਮਝਣ ਲੱਗ ਜਾਂਦਾ, ਤਾਂ ਅਸੀਂ ਕਿੰਗਸ ਦੇ ਏਰੀਆ ਸੰਬੰਧ ਦੇ ਵਿੱਚ ਕਹਿੰਦੇ ਹੁੰਦੇ ਹਾਂ ਡਿਵਾਈਨ ਰਾਈਟਸ। ਤਾਂ ਉਹ ਵੀ ਥਿਊਰੀ ਆਫ ਡਿਵਾਈਨ ਰਾਈਟਸ ਆਫ ਕਿੰਗਸ ਦੇ ਵਿੱਚ ਵਿਸ਼ਵਾਸ ਰੱਖਦਾ ਸੀ, ਜਾਨੀ ਮੈਂ ਰਾਜਾ ਤੁਹਾਡੇ ਦੁਆਰਾ ਬਣਾਇਆ ਗਿਆ ਨਹੀਂ ਹਾਂ, ਮੈਨੂੰ ਰਾਜਾ ਈਸ਼ਵਰ ਨੇ ਬਣਾ ਕੇ ਭੇਜਿਆ ਤੁਹਾਡੇ ਉੱਤੇ ਰਾਜ ਕਰਨ ਲਈ। ਮੈਂ ਹੀ ਰਾਜਾ ਹਾਂ, ਮੈਂ ਹੀ ਸ਼ਾਸਨ ਹਾਂ, ਯਾਨੀ ਐਵਰੀਥਿੰਗ ਇਜ਼ ਮਾਈ ਸੈਲਫ। ਔਰ ਉਹਦਾ ਨਤੀਜਾ ਕੀ ਹੋਇਆ ਕਿ ਉਹਦੇ ਖੁੱਲੇ ਖਰਚੇ, ਆਲੀਸ਼ਾਨ ਬੰਗਲੇ, ਆਪਣੇ ਢੰਗ ਦੇ ਨਾਲ ਜੀਣਾ, ਖਜ਼ਾਨਾ ਖਾਲੀ ਹੋ ਜਾਣਾ। ਔਰ ਇਸੇ ਕਰਕੇ ਗੌਰਸ਼ੇ ਇਹ ਗੱਲ ਕਹਿੰਦਾ, ਲਿਓ ਗੌਰਸ਼ੇ, ਕਿ ਉਸਨੇ ਫਰਾਂਸ ਨੂੰ ਗਰੀਬ ਕਰ ਦਿੱਤਾ, ਉਹਦੀ ਆਰਥਿਕ ਹਾਲਤ ਨੂੰ ਵਿਗਾੜ ਦਿੱਤਾ ਔਰ ਉਸਨੇ ਉਸਦੀ ਜਨਸੰਖਿਆ ਨੂੰ ਲੜਾਈਆਂ ਦੁਆਰਾ ਘਟਾ ਦਿੱਤਾ। ਉਸਨੇ ਸਭ ਤੋਂ ਮਿਹਨਤੀ ਕਾਰੀਗਰਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਔਰ ਜਿਹਦੇ ਕਰਕੇ ਕਿਸਾਨ ਭੁੱਖੇ ਮਰਨੇ ਸਟਾਰਟ ਹੋ ਗਏ। ਇਹ ਲਗਭਗ ਪ੍ਰੋਸੈਸ ਉਹਦਾ ਚੱਲਦਾ ਰਿਹਾ 1715 ਈਸਵੀ ਤੱਕ। 1715 'ਚ ਉਹਦੀ ਡੈਥ ਹੋ ਗਈ। ਉਦੋਂ ਬਾਅਦ ਉਹਦਾ ਅਗਲਾ ਉੱਤਰਾਧਿਕਾਰੀ ਲੂਈ 15ਵਾਂ ਉਹ ਸ਼ਾਸਨ ਕਰਨ ਲਈ ਆਇਆ। ਉਹ ਇੱਕ ਬੇਹੱਦਾ ਲਾਪਰਵਾਹ ਸ਼ਾਸਕ ਸਾਬਤ ਹੋਇਆ, ਜਿਹਦੇ ਸ਼ਾਸਨ ਵਿੱਚ ਕਹਿ ਸਕਦੇ ਹਾਂ ਕਿ ਬਹੁਤੀ ਜ਼ਿਆਦਾ ਰੁਚੀ ਨਹੀਂ ਸੀ। ਕਿਉਂ? ਜਦੋਂ ਉਸਨਾ 1715 'ਚ ਲੂਈ 14ਵੇਂ ਦੀ ਮੌਤ ਹੁੰਦੀ ਹੈ ਤਾਂ ਜਿਹੜਾ ਉਹਦੀ ਮੌਤ ਤੋਂ ਪਿੱਛੋਂ ਲੂਈ 15ਵਾਂ ਗੱਦੀ ਤੇ ਬਹਿੰਦਾ ਹੈ, ਉਹਦਾ ਨਾ ਤਾਂ ਪੁੱਤਰ ਹੈ ਨਾ ਉਹਦਾ ਪੋਤਾ ਹੈ, ਉਹ ਪੜਪੋਤਾ ਹੈ। 5 ਸਾਲ ਦੀ ਉਹਦੀ ਉਮਰ ਹੈ। ਤੋਂ ਪਹਿਲਾਂ ਤਾਂ 12-13 ਸਾਲ ਉਹ ਬਾਲਗ ਹੀ ਨਹੀਂ ਹੁੰਦਾ ਤੇ ਜਿਹਦੇ ਕਰਕੇ ਉਸ ਵੇਲੇ ਡਿਊਕ ਆਫ ਔਰਲੈਂਸ ਉਸ ਰਾਜ ਨੂੰ ਚਲਾਉਂਦੇ ਆ। ਔਰ ਜਦੋਂ ਬਾਲਗ ਹੁੰਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹਦੇ ਕੋਲੇ ਕਿੰਨਾ ਕੁ ਤਜਰਬਾ ਹੋਏਗਾ ਆਪਣੇ ਸ਼ਾਸਨ ਨੂੰ ਚਲਾਉਣ ਦਾ। ਲੇਕਿਨ ਉਹ ਜਦੋਂ ਬਾਲਗ ਹੋ ਗਿਆ, ਕੰਟਰੋਲ ਉਸਨੇ ਆਪਣੇ ਹੱਥਾਂ 'ਚ ਲੈ ਲਿਆ, ਜਵਾਨੀ ਦੀ ਉਮਰ ਦੇ ਵਿੱਚ ਸੀਗਾ ਤੇ ਉਹ ਸਾਰੇ ਸ਼ਾਸਨ ਪ੍ਰਬੰਧ 'ਚ ਰੁਚੀ ਰੱਖਣ ਦੀ ਬਜਾਏ ਸ਼ਿਕਾਰ ਖੇਲਣਾ, ਜੂਆ ਖੇਲਣਾ, ਭੋਗ ਵਿਲਾਸ ਕਰਨਾ, ਯਾਨੀ ਇੰਜੋਇਮੈਂਟ ਦੇ ਵਿੱਚੋਂ ਪੈ ਗਿਆ ਤੇ ਜਿਹਦੇ ਕਰਕੇ ਐਸ਼ਪ੍ਰਸਤ ਹੋ ਗਿਆ। ਔਰ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਸ਼ਾਸਨ ਪ੍ਰਣਾਲੀ ਕੰਨੀ ਧਿਆਨ ਬਿਲਕੁਲ ਖਤਮ ਹੋ ਗਿਆ। ਔਰ 1715 ਦੇ ਵਿੱਚੋਂ ਰਾਜਗੱਦੀ ਲੈਣ ਤੋਂ ਬਾਅਦ ਆਸਟਰੀਆ ਦੇ ਨਾਲ ਲੜਾਈ ਲੜਦਾ 1740 ਤੋਂ 1748 ਤੱਕ। ਉਸ ਤੋਂ ਬਾਅਦ 7 ਸਾਲਾ ਯੁੱਧ ਲੜਦਾ ਇੰਗਲੈਂਡ ਦੇ ਨਾਲ, ਜਿਹੜਾ ਜ਼ਿਕਰ ਅਸੀਂ ਪਹਿਲਾਂ ਜਦੋਂ ਅਮਰੀਕਨ ਰੈਵੋਲੂਸ਼ਨ ਪੜ੍ਹੀ ਹੈ ਉਹਦੇ ਵਿੱਚ ਅਸੀਂ ਕਰ ਚੁੱਕੇ ਹਾਂ 1756 ਤੋਂ 1763 ਦੇ ਦੌਰਾਨ, ਜਿਹਦੇ ਨਾਲ ਬਹੁਤ ਸਾਰਾ ਨੁਕਸਾਨ ਫਰਾਂਸ ਦਾ ਆਲਰੇਡੀ ਹੋ ਚੁੱਕਾ ਹੈ। ਇਸ ਕਰਕੇ ਫਰਾਂਸ ਆਪਣੀਆਂ ਮੁਸ਼ਕਲਾਂ ਤੋਂ ਉਭਰਨ ਦੀ ਬਜਾਏ ਹੋਰ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਡੁੱਬਦਾ ਚਲਾ ਗਿਆ। ਔਰ ਬਦਕਿਸਮਤੀ ਦੇ ਨਾਲ ਉਹਦਾ ਰਾਜ ਵੀ ਬਹੁਤ ਲੰਬਾ ਚੱਲਿਆ। 1715 ਤੋਂ ਲੈ ਕੇ 1774 ਈਸਵੀ ਤੱਕ ਰਾਜ ਦਾ ਚੱਲਿਆ, ਲਗਭਗ 59 ਈਅਰਸ। ਤਾਂ ਇੰਨੇ ਲੰਬੇ ਸਾਲ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਔਰ ਉਹ ਸੈਨਿਕਾਂ ਦੀ ਹਾਰ, ਆਰਥਿਕ ਉਲਝਣਾ, ਸ਼ਾਸਨ 'ਚ ਅਯੋਗਤਾ, ਪਾਰਲੀਮੈਂਟ ਦਾ ਵਿਦਰੋਹ ਹੋ ਜਾਣਾ, ਤਾਂ ਜਾਨੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਉਹਦੇ ਰਾਜ ਦੇ ਵਿੱਚ ਫਰਾਂਸ ਨੂੰ ਕਰਨਾ ਪਿਆ। 1774 ਦੇ ਵਿੱਚ ਉਹਦੀ ਮੌਤ ਤੋਂ ਬਾਅਦ
ਨੈਕਸਟ ਜਿਹੜਾ ਕਿੰਗ ਬਣਿਆ ਉਹ ਸੀ ਲੂਈ 16ਵਾਂ। ਉਹ ਵੀ ਲੂਈ 15ਵੇਂ ਦਾ ਪੋਤਾ ਸੀ ਔਰ ਉਸ ਸਮੇਂ ਉਹਦੀ ਉਮਰ ਵੀ ਜਿਹੜੀ ਸਿਰਫ 20 ਸਾਲ ਦੀ ਸੀ, ਇੱਕ ਨੌਜਵਾਨ ਦੀ ਸੀ। ਹਾਲਾਂਕਿ ਉਹ ਵਿਅਕਤੀਗਤ ਰੂਪ ਦੇ ਵਿੱਚ ਇੱਕ ਚੰਗੇ ਆਚਰਣ ਵਾਲਾ ਯੋਗ ਵਿਅਕਤੀ ਸੀ, ਲੇਕਿਨ ਸ਼ਾਸਨ ਪ੍ਰਣਾਲੀ ਨੂੰ ਚਲਾਉਣ ਦੇ ਲਈ ਜੋ ਗੁਣ ਚਾਹੀਦੇ ਆ, ਜੋ ਐਡਮਿਨਿਸਟ੍ਰੇਟਿਵ ਸਕਿੱਲਸ ਚਾਹੀਦੀਆਂ, ਉਹਦੀ ਬਹੁਤ ਵੱਡੀ ਘਾਟ ਉਹਦੇ ਵਿੱਚ ਸੀ। ਤਾਂ ਉਹਦਾ ਸਿੱਟਾ ਕੀ ਨਿਕਲਿਆ ਕਿ ਜਿਹੜੀ ਉਸ ਨੂੰ ਮਤਲਬ ਕਿ ਪਰਸਨਲ ਕਰੈਕਟਰ ਇਜ਼ ਅ ਡਿਫਰੈਂਟ ਥਿੰਗ, ਲੇਕਿਨ ਜਿਹੜਾ ਅਦਰਵਾਈਜ਼ ਕਰੈਕਟਰ ਹੁੰਦਾ ਹੈ ਉਹ ਉਸ ਚਰਿੱਤਰ ਦੀ ਘਾਟ ਸੀ ਔਰ ਉਹ ਆਪਣੀ ਬੁੱਧੀ ਤੇ ਸੋਚ ਤੋਂ ਕੰਮ ਨਹੀਂ ਸੀ ਲੈਂਦਾ, ਜੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਸਕਿੱਲ। ਔਰ ਹੌਲੀ ਹੌਲੀ ਕੀ ਹੋਇਆ ਕਿ ਜਿੱਦਾਂ ਜਿੱਦਾਂ ਉਹਨੂੰ ਵੀ ਐਸ਼ ਪ੍ਰਸਤੀ ਵਾਲੀਆਂ ਆਦਤਾਂ ਪੈ ਗਈਆਂ, ਸ਼ਿਕਾਰ ਖੇਡਣ ਦੀਆਂ ਪੈ ਗਈਆਂ, ਉਹਦਾ ਅਯੋਗਤਾ ਹੋਰ ਜ਼ਿਆਦਾ ਸਾਬਤ ਹੋ ਗਈ। ਤਾਂ ਲੂਈ 16ਵੇਂ ਦੇ ਵੇਲੇ ਜਿਹੜਾ ਸ਼ਾਸਨ ਦੀ ਸਾਰੀ ਬਾਗਡੋਰ ਸੀ ਉਹ ਉਹਦੇ ਹੱਥਾਂ ਵਿੱਚੋਂ ਨਿਕਲਦੀ ਚਲੀ ਗਈ, ਮੰਤਰੀਆਂ ਦੇ ਹੱਥਾਂ 'ਚ ਚਲੀ ਗਈ, ਉਹਦੇ ਖਾਸ ਮੰਤਰੀਆਂ ਦੇ ਹੱਥਾਂ 'ਚ ਚਲੀ ਗਈ। ਈਵਨ ਉਹਦੀ ਜਿਹੜੀ ਵਾਈਫ ਸੀ ਮੈਰੀ ਐਂਟੋਨੇਟ, ਉਹਦੇ ਬਾਰੇ ਅਸੀਂ ਪੜ੍ਹਾਂਗੇ, ਉਹ ਜ਼ਿਆਦਾ ਕੰਟਰੋਲ ਜਿਹੜਾ ਹੈਗਾ ਕਰਨ ਲੱਗ ਪਈ। ਤਾਂ ਉਹਦੀ ਇਸ ਐਡਮਿਨਿਸਟ੍ਰੇਸ਼ਨ ਦੀ ਸਕਿੱਲ ਦੇ ਨਾ ਹੋਣ ਕਾਰਨ ਵੀ ਫਰਾਂਸ ਦੇ ਵਿੱਚ ਹਾਲਤ ਜਿਹੜੀ ਸੀ ਉਹ ਹੋਰ ਜ਼ਿਆਦਾ ਮਾੜੀ। ਤਾਂ 3 ਰਾਜਿਆਂ ਬਾਰੇ ਅਸੀਂ ਪੜ੍ਹਿਆ, ਲੂਈ 14ਵਾਂ, ਲੂਈ 15ਵਾਂ ਔਰ ਲੂਈ 16ਵਾਂ। ਉਸ ਤੋਂ ਬਾਅਦ ਹੈਗਾ ਕਿ ਜਿਹੜੀ ਉਹਦੀ ਵਾਈਫ ਸੀ ਉਹਨੇ ਹੋਰ ਜ਼ਿਆਦਾ ਪਰਿਸਥਿਤੀਆਂ ਨੂੰ ਵਿਗਾੜ ਦਿੱਤਾ। ਉਹਦੀ ਵਾਈਫ ਸੀ ਮੈਰੀ ਐਂਟੋਨੇਟ, ਆਸਟਰੀਆ ਦੀ ਜਿਹੜੀ ਉਹ ਕਿਊਨ ਸੀਗੀ ਮੈਰੀਆ ਥਰੇਸਾ, ਉਹਦੀ ਉਹ ਬੇਟੀ ਸੀ, ਜਾਨੀ ਰਾਜਕੁਮਾਰੀ ਸੀਗੀ, ਬੜੀ ਸੁੰਦਰ, ਚੰਚਲ ਔਰ ਐਸ਼ ਵਾਲਾ ਜੀਵਨ ਬਤੀਤ ਕਰਨ ਵਾਲੀ ਉਹਦਾ ਸੁਭਾਅ ਸੀਗਾ। ਔਰ ਉਹ ਵੀ ਉਹਦੇ ਜਿਹੜੇ ਪ੍ਰਭਾਵ ਸਨ, ਮਾੜੇ ਪ੍ਰਭਾਵ, ਉਹ ਵੀ ਫਰਾਂਸੀਸੀ ਕ੍ਰਾਂਤੀ ਦਾ ਇੱਕ ਮੁੱਖ ਕਾਰਨ ਬਣ ਗਏ। ਉਹਦੇ ਕੋਲੇ ਵੀ ਸਿਆਣਪ ਦੀ ਘਾਟ ਸੀ, ਭੈੜੀਆਂ ਆਦਤਾਂ ਕਰਕੇ ਬਦਨਾਮ ਹੋ ਚੁੱਕੀ ਸੀ, ਲੋਕ ਉਹਨੂੰ ਚੰਗਾ ਨਹੀਂ ਸੀ ਸਮਝਦੇ, ਆਮ ਮੰਤਰੀਆਂ ਦੇ ਨਾਲ ਉਹ ਜੂਆ ਖੇਡਦੀ ਸੀ। ਉਹਦਾ ਰਹਿਣ ਸਹਿਣ ਤੇ ਕਿਰਪਾ ਪਾਤਰ ਦੇ ਉੱਤੇ ਜਿਵੇਂ ਜਿਹੜੇ ਹੁੰਦੇ ਸੀਗੇ ਉਹ ਉਹਨਾਂ ਉੱਤੇ ਪਾਣੀ ਦੀ ਤਰ੍ਹਾਂ ਕਹਿੰਦੇ ਵੀ ਪੈਸਾ ਬਰਸਾਉਂਦੀ ਸੀ। ਤਾਂ ਨੈਚੁਰਲੀ ਕਿ ਫਜ਼ੂਲ ਖਰਚੀ ਕਰਦੀ ਸੀ, ਖਜ਼ਾਨਾ ਖਾਲੀ ਹੋ ਜਾਂਦਾ ਸੀ। ਔਰ ਉਹਦੀ ਫਜ਼ੂਲ ਖਰਚੀ ਇਸ ਲੈਵਲ ਤੱਕ ਫੇਮਸ ਹੋ ਗਈ ਕਿ ਉਹਦਾ ਨਾਂ ਫਰਾਂਸ ਦੇ ਵਿੱਚ ਸ਼੍ਰੀਮਤੀ ਘਾਟਾ ਰੱਖ ਦਿੱਤਾ ਗਿਆ, ਮੈਡਮ ਡੈਫੀਸਿਟ। ਤੇ ਤੁਸੀਂ ਸਮਝ ਸਕਦੇ ਹੋ ਕਿ ਸਥਿਤੀਆਂ ਕੀ ਨੇ। ਤਾਂ ਉੱਥੋਂ ਦੇ ਇੱਕ ਰਾਈਟਰ ਹੋਇਆ ਮਿਰਾਵੋ, ਉਹ ਕਹਿੰਦਾ ਕਿ ਬਾਦਸ਼ਾਹ ਦੇ ਆਲੇ ਦੁਆਲੇ ਇੱਕੋ ਹੀ ਵਿਅਕਤੀ ਹੈ ਜਿਹਦੀ ਉਹ ਗੱਲ ਸੁਣਦਾ, ਤੇ ਉਹ ਇੱਕ ਵਿਅਕਤੀ ਕੌਣ ਹੈ? ਕਹਿੰਦਾ ਉਸ ਦੀ ਪਤਨੀ। ਔਰ ਮੈਰੀ ਐਂਟੋਨੇਟ ਕਦੇ ਰਾਜੇ ਨੂੰ ਚੰਗੀ ਸਲਾਹ ਨਹੀਂ ਸੀ ਦਿੰਦੀ, ਕਿਉਂਕਿ ਉਹਦੇ ਕੋਲੇ ਆਪ ਹੀ ਉਨੀ ਸਮਝ ਨਹੀਂ ਸੀ, ਜਿਸ ਕਰਕੇ ਉਹ ਜੋ ਦਿਲ ਕਰਦਾ ਸੀ ਉਹ ਕਰਦੀ ਸੀ ਔਰ ਪਾਵਰਾਂ ਉਹਦੇ ਕੋਲੇ ਸੀਗੀਆਂ। ਤਾਂ ਉਹਦਾ ਸਿੱਟਾ ਕੀ ਨਿਕਲਿਆ ਕਿ ਫਰਾਂਸ ਦਾ ਜਿਹੜਾ ਸ਼ਾਸਨ ਪ੍ਰਣਾਲੀ ਸੀ ਉਹ ਬੁਰੀ ਤਰ੍ਹਾਂ ਉਖੜ ਚੁੱਕੀ ਸੀ, ਲੋਕ ਨਿਰਾਸ਼ ਹੋ ਚੁੱਕੇ ਸੀ। ਤਾਨਾਸ਼ਾਹੀ ਰਾਜ ਸੀਗੇ। ਤਾਨਾਸ਼ਾਹੀ ਰਾਜ ਦੇ ਵਿੱਚ ਬੇਟਾ ਦੇਖੋ ਨੁਕਸਾਨ ਕੀ ਹੁੰਦਾ ਜਦੋਂ ਫਾਇਦੇ ਨਹੀਂ ਹੁੰਦੇ। ਤਾਂ ਨੁਕਸਾਨ ਕੀ ਹੁੰਦਾ ਕਿ ਜਿਹਨੇ ਤਾਕਤਾਂ ਜਿਹਦੇ ਕੋਲੇ ਹੈਗੀਆਂ ਉਹਨੇ ਕਾਨੂੰਨ ਬਣਾਉਣਾ, ਉਹਨੇ ਲਾਗੂ ਕਰਨਾ, ਉਹਨੇ ਫੈਸਲਾ ਕਰਨਾ। ਤਾਂ ਜਾਨੀ ਉਹਨੂੰ ਚੁਣੌਤੀ ਦੇਣ ਵਾਲਾ ਕੋਈ ਨਹੀਂ ਤੇ ਜਨਤਾ ਦੇ ਨੂੰ ਇਨਸਾਫ ਦੇਣ ਵਾਲਾ ਕੋਈ ਨਹੀਂ ਰਹਿੰਦਾ, ਜਿਹਦੇ ਕਰਕੇ ਜਨਤਾ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਫੈਲ ਜਾਂਦੀ। ਔਰ ਜਨਤਾ ਰਾਜੇ ਉੱਤੇ ਕੋਈ ਪਾਬੰਦੀ ਲਗਾ ਸਕਦੀ ਆ, ਉਹਦਾ ਇੱਕੋ ਹੀ ਤਰੀਕਾ ਹੁੰਦਾ, ਉਹ ਹੁੰਦੀ ਆ ਕੋਈ ਸੰਵਿਧਾਨਿਕ ਸੰਸਥਾਵਾਂ ਜਿਹਦੇ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਹੋਣ। ਲੇਕਿਨ ਸਾਡਾ ਅਗਲਾ ਕਾਰਨ ਇਹ ਬਣਦਾ ਹੈ ਕਿ ਉਸ ਵੇਲੇ ਫਰਾਂਸ ਦੇ ਵਿੱਚ ਸੰਵਿਧਾਨਕ ਤੇ ਪ੍ਰਤੀਨਿਧਿਤਵ ਸੰਸਥਾਵਾਂ ਦੀ ਘਾਟ ਪੈਦਾ ਹੋ ਚੁੱਕੀ ਸੀ, ਲਗਭਗ ਅਣਹੋਂਦ ਪੈਦਾ ਹੋ ਚੁੱਕੀ ਸੀ, ਸੀਗੀਆਂ ਹੀ ਨਹੀਂ। ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ 3 ਹਿੱਸੇ ਹੁੰਦੇ ਆ, ਲੇਕਿਨ ਸਾਰੀਆਂ ਤਾਕਤਾਂ ਕਾਰਜਪਾਲਿਕਾ ਜਾਨੀ ਰਾਜੇ ਦੇ ਹੱਥਾਂ 'ਚ ਆ ਚੁੱਕੀਆਂ ਸਨ। ਜਿਹੜੀ ਉੱਥੋਂ ਦੀ ਸੰਸਦ ਸੀਗੀ ਜਿਹਦੇ 'ਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਹੁੰਦੇ ਸਨ, ਤੁਹਾਨੂੰ ਬੇਟਾ ਸੁਣ ਕੇ ਹੈਰਾਨੀ ਹੋਊਗੀ, ਅਸੀਂ ਗੱਲ ਕਰ ਰਹੇ ਹਾਂ ਇਸ ਟਾਈਮ 1775 ਦੇ ਵੇਲੇ ਜਿਹੜਾ ਰਾਜਾ ਬਣਿਆ ਲੂਈ 16ਵਾਂ, ਉਹਦੇ ਤੋਂ ਵੀ ਲਗਭਗ 150 ਸਾਲ ਤੋਂ ਪਹਿਲਾਂ ਪੌਣੇ 200 ਸਾਲ ਤੱਕ ਯਾਨੀ 1614 ਈਸਵੀ ਤੋਂ ਬਾਅਦ ਉਸ ਪਾਰਲੀਮੈਂਟ ਦੇ ਵਿੱਚ ਲੋਕਾਂ ਨੂੰ ਚੁਣੇ ਜਾਣ ਦੀ ਵਿਵਸਥਾ ਦਾ ਪ੍ਰਬੰਧ ਹੀ ਨਹੀਂ ਸੀ ਹੋਇਆ, ਉਹਨਾਂ ਦੇ ਪ੍ਰਤੀਨਿਧੀ ਹੀ ਨਹੀਂ ਸੀ ਚੁਣੇ ਗਏ। ਤੇ ਆਪੇ ਅੰਦਾਜ਼ਾ ਲਗਾ ਲਓ ਕਿ ਉਹ ਸੰਸਥਾ ਨੇ ਕੰਮ ਕੀ ਕਰਨਾ ਜਿਸ ਸੰਸਥਾ ਦੇ ਵਿੱਚ ਪ੍ਰਤੀਨਿਧੀ ਹੈ ਨਹੀਂ, ਨਾਮ ਦੀ ਸੰਸਥਾ ਹੈ, ਤਾਂ ਉਹਦੀ ਨਾ ਤੁਸੀਂ ਮੀਟਿੰਗ ਬੁਲਾ ਸਕਦੇ ਹੋ, ਨਾ ਮੀਟਿੰਗ ਦੇ ਵਿੱਚ ਫੈਸਲੇ ਕਰ ਸਕਦੇ ਹੋ। ਇਸ ਕਰਕੇ ਉਹ ਸਾਰਾ ਕੰਮ ਖੜ ਗਿਆ ਸੀ। ਔਰ
ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਹੈ, ਸ਼ਾਹੀ ਦਰਬਾਰ ਦੀ ਫਜ਼ੂਲ ਖਰਚੀ ਇੰਨੀ ਵੱਧ ਚੁੱਕੀ ਸੀ। ਫਰਾਂਸ ਦੀ ਰਾਜਧਾਨੀ ਤੋਂ 20 ਕਿਲੋਮੀਟਰ ਵਰਸਾਏ ਨਾਂ ਦੇ ਸਥਾਨ ਦੇ ਉੱਤੇ ਉਹ ਰਾਜਧਾਨੀ ਜਿੱਥੇ ਦਰਬਾਰ ਲੱਗਦਾ ਸੀ ਰਾਜੇ ਦਾ, ਔਰ ਵਰਸਾਏ ਵਿੱਚ ਬੜੇ ਬੜੇ ਸੁੰਦਰ ਮਹਿਲ ਬਣਾਏ ਗਏ, ਬਹੁਮੁੱਲੀਆਂ ਚੀਜ਼ਾਂ ਲਿਆ ਕੇ ਰੱਖੀਆਂ ਗਈਆਂ, ਨੌਕਰ ਚਾਕਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਨ। ਤੇ ਯਾਨੀ ਰਾਜ ਮਹਿਲ ਦਾ ਆਪਣਾ ਖਰਚਾ ਹੀ ਇੰਨਾ ਜ਼ਿਆਦਾ ਸੀ ਕਿ ਲੋਕੀ ਉਸ ਵੇਲੇ ਕਹਿੰਦੇ ਆ ਕਿ 1799 ਚ ਲਗਭਗ ਇੱਕ ਮਹੀਨੇ ਦਾ ਖਰਚਾ $2 ਕਰੋੜ ਉਹਦੇ ਉੱਤੇ ਖਰਚ ਕੀਤਾ ਜਾਂਦਾ ਸੀ, ਔਰ ਇਹ ਸਾਰਾ ਪੈਸਾ ਲੋਕਾਂ ਤੋਂ ਟੈਕਸ ਦੁਆਰਾ ਇਕੱਠਾ ਕੀਤਾ ਜਾਂਦਾ ਸੀ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਵੱਡੀ ਆਰਥਿਕ ਸਮੱਸਿਆ ਉਸ ਵੇਲੇ ਪੈਦਾ ਹੋ ਚੁੱਕੀ ਸੀ। ਔਰ ਐਦਾਂ ਹੀ ਜਿਹੜੀਆਂ ਲੋਕਾਂ ਨੂੰ ਚਾਹੀਦੀਆਂ ਹੁੰਦੀਆਂ ਕੁਝ ਸੁਤੰਤਰਤਾਵਾਂ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਈਵਨ ਵਿਅਕਤੀਗਤ ਤੌਰ ਤੇ, ਉਹਨਾਂ ਉੱਤੇ ਵੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। तो यानी तुसी ये कह लो भी किसी भी बंदे नूं बादशाह के हुक्म के नाल किसी भी वेले गिरफ्तार किया जा सकता सी, बिना उहदी सुनवाई कीते जेल विच सुट्टिया जा सकता सी, बिना मुकदमा चलाए जिन्नी देर तक चाहे जेल विच रखिया जा सकता सी। तो इन्नी आज़ादी की घाट फ्रांस विच पैदा हो चुकी हुई सी और शासन प्रणाली लगभग खत्म हो चुकी हुई सी। ते अंदाज़ा लगाओ कि उस वेले फ्रांस की हालत की होगी। और इन्ना ही नहीं, ਜਦੋਂ ਇਹ ਸਿਸਟਮ ਡਿਵੈਲਪ ਹੋ ਜਾਂਦਾ ਹੈ ਤਾਂ ਜਿਹੜੀਆਂ ਸਾਡੀਆਂ ਪ੍ਰਾਂਤਕ ਜਾਂ ਜ਼ਿਲ੍ਹੇ ਪੱਧਰ ਦੀਆਂ ਸਰਕਾਰਾਂ ਹੁੰਦੀਆਂ, ਸ਼ਾਸਨ ਹੁੰਦਾ ਹੈ, ਉਹ ਵੀ ਉਸੇ ਢੰਗ ਦੇ ਨਾਲ ਗਿਰਾਵਟ ਵਾਲੇ ਪਾਸੇ ਨੂੰ ਚਲਾ ਜਾਂਦਾ ਹੈ। ਫਰਾਂਸ ਵੇਲੇ ਉਸ ਵੇਲੇ ਲਗਭਗ ਕੋਈ 36 ਕਹਿੰਦਾ, ਕੋਈ 34 ਕਹਿੰਦਾ, ਉਹਨਾਂ ਸਟੇਟਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਉਹਨਾਂ ਨੂੰ ਅੱਗੋਂ ਡਿਸਟ੍ਰਿਕਟਸ ਦੇ ਵਿੱਚ ਵੰਡਿਆ ਹੋਇਆ ਸੀਗਾ, ਉਹਨਾਂ 'ਚ ਅਦਾਲਤਾਂ ਦੀ ਸਥਾਪਨਾ ਹੋਈ ਸੀ। ਲੇਕਿਨ ਜਦੋਂ ਸਾਰੀਆਂ ਚੀਜ਼ਾਂ ਪੈਸੇ ਨੂੰ ਨਿਚੋੜਨ ਵਾਲੇ ਪਾਸੇ ਲੱਗ ਜਾਣ ਤਾਂ ਫਿਰ ਉਹਨਾਂ ਦੀ ਕੋਈ ਐਗਜ਼ਿਸਟੈਂਸ, ਰੈਲੇਵੈਂਸ ਨਹੀਂ ਰਹਿੰਦੀ। ਇਸ ਕਰਕੇ ਪਿੰਡਾਂ ਦੀਆਂ ਸੰਸਥਾਵਾਂ, ਨਗਰ ਦੀਆਂ ਸੰਸਥਾਵਾਂ, ਜ਼ਿਲ੍ਹੇ ਦੀਆਂ ਸੰਸਥਾਵਾਂ, ਉਹ ਅਸੀਂ ਦੇਖ ਚੁੱਕੇ ਹਾਂ ਕਿ ਇਵਨ ਪਾਰਲੀਮੈਂਟ ਦੀ ਜਿਹੜੀ ਐਗਜ਼ਿਸਟੈਂਸ ਹੈ, ਉਹਦੀ ਜਿਹੜੀ ਰੈਲੇਵੈਂਸ ਹੈ, ਉਹ ਆਲਮੋਸਟ ਖਤਮ ਹੋ ਚੁੱਕੀ ਸੀ। ਤੇ ਕਰਪਸ਼ਨ, ਭ੍ਰਿਸ਼ਟਾਚਾਰ ਬੜੇ ਵੱਡੇ ਪੱਧਰ ਤੇ ਫੈਲ ਚੁੱਕਾ ਸੀਗਾ। ਤੇ ਉਸ ਵੇਲੇ ਇੱਕੋ ਇੱਕ ਜਿਹੜੀ ਉਮੀਦ ਰਹਿ ਜਾਂਦੀ ਹੈ, ਉਹ ਰਹਿ ਜਾਂਦੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਨੂੰ ਇਨਸਾਫ ਮਿਲ ਜਾਏ, ਕਿਸੇ ਨਾ ਕਿਸੇ ਢੰਗ। पर बदकिस्मती की सी फ्रांस की कि जिहड़ी उस वेले की न्याय प्रणाली सी वो भी बिल्कुल अनसैटिस्फैक्टरी हो चुकी सी। जिद्दां असीं कह चुके हैं कि संसद की गल मैं बेटा तुहानूं दस चुका। उस तो इलावा जिहड़ियां अदालतां उस वेले फ्रांस विच चलदियां सी, वो किहड़ियां सी? शाही अदालतां, समंता दीयां अदालतां, वित्त अदालतां, सैनिक अदालतां, व्यापारिक अदालतां, चर्च दीयां अदालतां। और इन्हां तो इलावा फ्रांस विच 12-13 उच्च अदालतां सी जिन्हां नूं पार्लियामेंट भी कहा जाता सी। और इन्हां सारियां अदालतां दी जिहड़ी कारगुजारी सी वो निराश हो चुकी सी। फ्रांस विच इन्हां अदालतां विच न्याय प्रबंध बड़ा जटिल हो चुका सी, ढिला मिठा, खर्चीला, जिन्हों लोग सहन नहीं कर सकते, भ्रष्टाचारी। इन्ना माड़ा हाल उस समय की जिहड़ी न्याय प्रणाली है उहदा उस वेले फ्रांस दे विच हो चुका सी। और तुहानूं जान के इस गल की हैरानी होगी, कई इतिहासकारां ने लिखा कि फ्रांस विच 285 तो वध अलग अलग रिवाज, कानून प्रचलित सन इक्को ही चीज़ नूं लैके, जिहड़े बड़े नफरतयोग, सख्त, अनुचित, जिन्होंने तुसीं कह दे जायज़ नहीं ठहराया जा सकता। इस तरीके की जो कानून व्यवस्था होएगी तो तुसीं अंदाज़ा लगाओ कि हर न्याय करने वाला अपनी मर्जी करेगा और मर्जी के मुताबिक न्याय करेगा, तो वो न्याय नहीं हो सकता, वो इंसाफ नहीं हो सकता। तो ये हालात उत्थे पैदा हो चुके हैं। और लास्ट विच जिहड़े 2 पॉइंट्स होर ने असीं उहनूं पढ़ांगे राजनीतिक च। एक है असंतोषजनक सैनिक प्रबंध। किसी भी मुल्क की राजे की ताकत उसकी सेना होंदी, पर जिहड़ा उत्थों का सैनिक प्रबंध सीगा वो भी करप्ट हो चुका सी। सेना दीयां उच्चियां उच्चियां पदवियां कुलीनां दे बच्चों लई सुरक्षित रख दित्तियां जांदियां सी। भी जे प्यो अफसर लग्या तो बच्चे नूं भी अफसर ला गए। सेना विच 35,000 अधिकारी सी और इन्हां अधिकारी सैनापतियां की गिनती जिहड़े मुखिया ने 1171 के करीब सी। और इन्हां अधिकारियों उत्ते अब बेटा फिगर नोट करनी है,
4 ਕਰੋੜ 60 ਲੱਖ ਲੀਵਰ ਜਿਹੜੀ ਉੱਥੋਂ ਦੀ ਕਰੰਸੀ ਹੈ ਉਹਦਾ ਵਾਰਸ਼ਿਕ ਖਰਚ ਕੀਤਾ ਜਾਂਦਾ ਸੀ। ਔਰ ਅਧਿਕਾਰੀਆਂ ਉੱਤੇ 4 ਕਰੋੜ 60 ਲੱਖ, ਜਦ ਕਿ ਜਿਹੜੀ ਫੌਜ ਲੱਖਾਂ ਦੀ ਗਿਣਤੀ ਵਿੱਚ ਸੀ ਉਹਨਾਂ ਉੱਤੇ ਸਿਰਫ 13,50,000 ਤੋਂ ਵੀ ਘੱਟ ਪੈਸਾ ਖਰਚ ਕੀਤਾ ਜਾਂਦਾ ਸੀ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਸਾਰਾ ਪੈਸਾ ਕਿੱਦਾਂ ਹੜਪਿਆ ਜਾਂਦਾ ਸੀ। ਔਰ ਸਾਰੀਆਂ ਪਾਵਰਾਂ ਸੈਂਟਰਲਾਈਜ਼ ਸਨ, ਇਸ ਕਰਕੇ ਆਮ ਜਨਤਾ ਦੀ ਕੋਈ ਸੁਣਵਾਈ ਉਹਦੇ ਵਿੱਚ ਨਹੀਂ ਸੀ, ਜਿਹਦੇ ਕਰਕੇ ਇਹ ਸਾਰੀ ਹਾਲਾਤ ਮਾੜੇ ਹੋ ਚੁੱਕੇ ਸਨ। ਦੂਜਾ ਬੇਟਾ ਅਸੀਂ ਕਾਰਨ ਜਿਹੜੇ ਅੱਜ ਪੜ੍ਹਨੇ ਆ ਉਹ ਹੈ ਸਮਾਜਿਕ ਕਾਰਨ। ਬਾਕੀ ਜਿਹੜੇ ਆਰਥਿਕ ਔਰ ਧਾਰਮਿਕ ਜਾਂ ਦੂਜੇ ਕਾਰਨ ਨੇ ਉਹ ਕੱਲ ਪੜਾਂਗੇ। ਸਮਾਜਿਕ ਕਾਰਨਾਂ ਦੇ ਵਿੱਚੋਂ ਬੇਟਾ ਅਸੀਂ ਪਹਿਲਾਂ ਦੇਖਣਾ ਕਿ 3 ਤਰ੍ਹਾਂ ਦੇ ਵਰਗ ਸੀਗੇ ਫਰਾਂਸ 'ਚ: ਪਾਦਰੀ ਵਰਗ, ਕੁਲੀਨ ਵਰਗ ਯਾਨੀ ਮੰਤਰੀ, ਔਰ ਸਧਾਰਨ ਵਰਗ ਜਾਂ ਮੱਧ ਵਰਗ ਜਿਹਦੇ 'ਚ ਆਮ ਲੋਕ ਆ ਜਾਂਦੇ ਸੀ। ਜਿਹੜੇ ਪਹਿਲਾਂ ਪਾਦਰੀ ਵਰਗ ਹੈ ਬੇਟਾ, ਪਾਦਰੀ 2 ਤਰ੍ਹਾਂ ਦੇ ਸੀ। ਇੱਕ ਉੱਚੇ ਦਰਜੇ ਦੇ ਪਾਦਰੀ, ਪਹਿਲਾਂ ਤਾਂ ਪਾਦਰੀਆਂ ਦੇ ਕੋਲੇ ਇਹ ਮੰਨ ਕੇ ਚੱਲੋ ਕਿ 20% ਤੋਂ ਵੱਧ ਦੀ ਪ੍ਰਾਪਰਟੀ ਚਰਚ ਦੇ ਕੋਲੇ ਹੁੰਦੀ ਸੀ ਔਰ ਬਹੁਤ ਵੱਡੀ ਅਮਾਉਂਟ ਉਸ ਨੂੰ ਟੈਕਸ ਦੇ ਵਿੱਚ ਮਿਲਦੀ ਸੀ। ਇਸ ਕਰਕੇ ਉਹਨਾਂ ਦਾ ਜੀਵਨ ਪੱਧਰ ਬੜਾ ਉੱਚਾ ਹੁੰਦਾ ਸੀ। ਪਰ ਕਿਹਨਾਂ ਦਾ? ਜਿਹਦੇ ਵਿੱਚ ਅਸੀਂ ਨੰਬਰ 1 ਪੜਾਂਗੇ ਬੇਟਾ ਉੱਚ ਪਾਦਰੀ, ਉੱਚੇ ਦਰਜੇ ਦੇ ਪਾਦਰੀ, ਆਰਕ ਬਿਸ਼ਪ, ਬਿਸ਼ਪ, ਕੈਥੇਡਰਲ, ਐਬਟਸ, ਜਿਹੜੇ ਉੱਚੇ ਪਾਦਰੀ ਨੇ, ਉੱਚੀਆਂ ਪਦਵੀਆਂ ਦੇ ਉੱਤੇ ਲੱਗੇ ਹੋਏ ਨੇ। ਉਹਨਾਂ ਦਾ ਧਰਮ 'ਚ ਕੋਈ ਰੁਚੀ ਨਹੀਂ ਸੀ, ਕਿਉਂਕਿ ਉਹਨਾਂ ਦਾ ਜੀਵਨ ਪੱਧਰ ਇੱਕ ਆਮ ਧਾਰਮਿਕ ਵਿਅਕਤੀ ਦੀ ਤਰ੍ਹਾਂ ਜੋ ਹੋਣਾ ਚਾਹੀਦਾ ਹੈ ਉਸ ਤਰੀਕੇ ਦਾ ਧਾਰਮਿਕ ਜੀਵਨ ਉਹਨਾਂ ਦਾ ਨਹੀਂ ਸੀ। ਪਰ ਪਾਵਰਾਂ, ਰਾਈਟਸ ਸਾਰੇ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਔਰ ਇਸ ਕਰਕੇ ਸਾਰੀ ਆਮਦਨ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਜਾਂਦੀ ਸੀ। ਔਰ ਇਹ ਕਿਹਾ ਜਾਂਦਾ ਕਿ ਰੋਹਾਂ ਦੇ ਕਾਰਡਨਲ ਦੀ ਵਾਰਸ਼ਿਕ ਆਮਦਨ 2 ਕਰੋੜ 50 ਲੱਖ ਲੀਵਰਸ ਦੇ ਕਰੀਬ ਸੀ। ਤਾਂ ਜਦੋਂ ਇੰਨਾ ਪੈਸਾ ਉਹ ਇਕੱਠਾ ਕਰ ਲੈਂਦੇ ਆ ਤਾਂ ਪੈਸਾ ਕਿਹਦਾ ਚੂਸਿਆ ਜਾਏਗਾ, ਕਿਹਦਾ ਨਿਚੋੜਿਆ ਜਾਏਗਾ? ਆਮ ਵਰਗ ਦਾ, ਸਧਾਰਨ ਵਰਗ ਦਾ, ਮੱਧ ਵਰਗ ਦਾ, ਜਿਹਦੇ ਕਰਕੇ ਫਰਾਂਸ ਦੀ ਹਾਲਤ ਮਾੜੀ ਹੋਈ। ਔਰ ਪਾਦਰੀਆਂ ਵਿੱਚ ਹੀ ਜਿਹੜਾ ਇੱਕ ਦੂਜਾ ਵਰਗ ਸੀ ਜਿਹਨੂੰ ਅਸੀਂ ਕਹਿ ਦਿੰਦੇ ਆ ਨੀਵੇਂ ਦਰਜੇ ਦੇ ਪਾਦਰੀ, ਉਹਨਾਂ ਦੀ ਹਾਲਤ ਮਾੜੀ ਸੀ। ਕੰਮ ਸਾਰਾ ਉਹ ਕਰਦੇ ਸੀ, ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸਾਰੀਆਂ ਰੀਤੀ ਰਿਵਾਜਾਂ ਨੂੰ ਪਾਲਣ ਕਰਨ ਦਾ ਕੰਮ, ਜਨਤਾ ਨੂੰ ਉਪਦੇਸ਼ ਦੇਣ ਦਾ ਕੰਮ, ਜਨਤਾ ਦੇ ਧਾਰਮਿਕ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੰਮ ਉਹ ਬੜੀ ਮਿਹਨਤ ਔਰ ਇਮਾਨਦਾਰੀ ਤੇ ਲਗਨ ਨਾਲ ਕਰਦੇ ਸੀ। ਲੇਕਿਨ ਉਹਨਾਂ ਦੇ ਕੋਲੇ ਪੈਸੇ ਨਹੀਂ ਸੀ ਪਹੁੰਚਦੇ, ਉਹਨਾਂ ਤੋਂ ਪੈਸੇ ਨਹੀਂ ਸੀ ਦਿੱਤੇ ਜਾਂਦੇ। ਉਹਨਾਂ ਦਾ ਜੀਵਨ ਪੱਧਰ ਜਿਹੜਾ ਲਿਵਿੰਗ ਸਟੈਂਡਰਡ ਹੈ ਉਹ ਬੜਾ ਹੇਠਲੇ ਪੱਧਰ ਦਾ ਸੀ। ਇਸ ਕਰਕੇ ਲੋਕ ਉੱਚੇ ਦਰਜੇ ਦੇ ਪਾਦਰੀਆਂ ਨਾਲੋਂ ਨਫ਼ਰਤ ਕਰਨ ਲੱਗ ਪਏ ਸੀ। ਦੂਸਰਾ ਵਰਗ ਆਂਦਾ ਸਾਡੇ ਕੋਲੇ ਬੇਟਾ ਕੁਲੀਨ ਵਰਗ। ਕੁਲੀਨ ਵਰਗ ਵੀ 2 ਨੇ। ਇੱਕ ਨੂੰ ਅਸੀਂ ਬੇਟਾ ਕਹਿ ਦਿੰਦੇ ਆ ਤਲਵਾਰ ਦੇ ਕੁਲੀਨ ਯਾਨੀ ਪੁਰਾਣੇ ਕੁਲੀਨ। ਕੁਲੀਨ ਵਰਗ ਨੂੰ ਅਸੀਂ 2 ਹਿੱਸਿਆਂ ਦੇ ਵਿੱਚ